ਅੱਜ ਅਸੀਂ ਚਰਚਾ ਕਰਾਂਗੇ ਆਪਰੇਸ਼ਨ ਬਲੂ ਸਟਾਰ 1984 ਬਾਰੇ, ਜਿਸ ਨੂੰ ਸਾਕਾ ਨੀਲਾ ਤਾਰਾ ਵੀ ਕਿਹਾ ਜਾਂਦਾ ਹੈ। ਇਹ ਹਮਲਾ ਸੀ ਭਾਰਤੀ ਫੌਜ ਵੱਲੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੇ ਕੀਤਾ ਗਿਆ ਹਮਲਾ ਅਤੇ ਨਾਲ ਹੀ 37 ਹੋਰ ਗੁਰਧਾਮਾਂ ਤੇ ਵੀ ਉਹਨਾਂ ਦਿਨਾਂ ਦੌਰਾਨ ਹੀ ਹਮਲਾ ਕੀਤਾ ਗਿਆ। ਇਸ ਦੀ ਪੀੜ ਕਦੇ ਵੀ ਸਿੱਖ ਮਾਨਸਿਕਤਾ ਵਿੱਚੋਂ ਜਾਵੇਗੀ ਨਹੀਂ। ਹਰ ਸਾਲ ਸਿੱਖ ਜੂਨ ਦੇ ਪਹਿਲੇ ਹਫ਼ਤੇ ਘੱਲੂਘਾਰਾ ਦਿਵਸ ਮਨਾਉਂਦੇ ਨੇ ਤੇ ਸਾਡਾ ਅੱਜ ਦਾ ਜਿਹੜਾ ਵਿਸ਼ਾ ਉਹ ਇਹ ਹੈ ਕਿ 1984 ਦਾ ਸਾਕਾ ਨੀਲਾ ਤਾਰਾ ਆਪਰੇਸ਼ਨ ਬਲੂ ਸਟਾਰ ਸਿੱਖ ਕੌਮ ਨੇ ਕੀ ਖਟਿਆ ਤੇ ਕੀ ਗਵਾਇਆ, ਪ੍ਰਾਪਤੀ ਕੀ ਹੋਈ ਤੇ ਕੌਮ ਦਾ ਅੱਗੋਂ ਭਵਿੱਖ ਕੀ ਹੈ, ਰਣਨੀਤੀ ਕੀ ਹੈ। ਇਹਦੇ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ। ਅੱਜ ਅਸੀਂ ਇਸ ਵਿਸ਼ੇ ਤੇ 3 ਪ੍ਰਮੁੱਖ ਪੰਥਕ ਸ਼ਖਸੀਅਤਾਂ ਨਾਲ ਗੱਲਬਾਤ ਕਰਾਂਗੇ। ਇਹ ਸ਼ਖਸੀਅਤਾਂ ਨੇ ਦਮਦਮੀ ਟਕਸਾਲ ਦੇ ਉਸ ਵੇਲੇ ਦੇ ਯਾਨੀ 1984 ਦੇ ਸਮੇਂ ਦੇ ਮੁੱਖ ਬੁਲਾਰੇ ਅਤੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਅਤਿ ਕਰੀਬੀ ਸਾਥੀ ਰਹੇ ਤੇ ਇਸ ਵੇਲੇ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ, ਦੂਸਰੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਭੋਮਾ ਧੜੇ ਦੇ ਪ੍ਰਧਾਨ ਡਾਕਟਰ ਮਨਜੀਤ ਸਿੰਘ ਭੋਮਾ, ਜਿਨ੍ਹਾਂ ਨੇ ਆਪ ਇਸ ਜੰਗ ਵਿੱਚ ਸ਼ਾਮਲ ਹੋ ਕੇ ਆਖਰੀ ਸਮੇਂ ਤੱਕ ਤੇ ਲਾਸਟ ਬੁਲਟ ਆਖਰੀ ਗੋਲੀ ਤੱਕ ਇਹ ਲੜਾਈ ਖੁਦ ਲੜੀ ਤੇ ਸਾਰੇ ਹਾਲਾਤ ਅੱਖੀਂ ਵੇਖੇ ਹੰਢਾਏ। ਤੇ ਤੀਸਰੇ ਨੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਪੀਰ ਮੁਹੰਮਦ ਦੇ ਪ੍ਰਧਾਨ ਭਾਈ ਕਰਨੈਲ ਸਿੰਘ ਪੀਰ ਮੁਹੰਮਦ। ਇਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਦੇ ਵਿਚਾਰ ਇਸ ਵਿਸ਼ੇ ਤੇ ਅਸੀਂ ਜਾਣਾਂਗੇ। ਭਾਈ ਕਰਨੈਲ ਸਿੰਘ ਪੀਰ ਮੁਹੰਮਦ ਜੀ, ਮੇਰਾ ਸਵਾਲ ਤੁਹਾਨੂੰ ਇਹ ਹੈ ਕਿ ਕੀ ਸੋਚ ਕੇ 1984 ਦੇ ਵੇਲੇ ਦੀ ਸੈਂਟਰ ਸਰਕਾਰ ਨੇ ਐਡਾ ਵੱਡਾ ਤੇ ਇਤਿਹਾਸ ਨੂੰ ਇੱਕ ਬਹੁਤ ਭਿਆਨਕ ਮੋੜਾ ਦੇਣ ਵਾਲਾ ਫੈਸਲਾ ਲਿਆ? ਕੀ ਤੁਸੀਂ ਸਮਝਦੇ ਹੋ ਕੀ ਇਹਦੇ ਪਿੱਛੇ ਕਾਰਨ ਸਨ? ਜਿਹੜੇ ਸਲਾਹਕਾਰ ਹੁੰਦੇ ਨੇ, ਜਦੋਂ ਵੀ ਉਹ ਕੋਈ ਫੈਸਲਾ ਕਰਦੇ ਉਦੋਂ ਰਿਟੈਲੀਏਸ਼ਨ ਨੂੰ ਨਹੀਂ ਦੇਖਦੇ। ਉਦੋਂ ਉਹਨਾਂ ਦੇ ਦਿਮਾਗ ਦੇ ਵਿੱਚ ਇੱਕੋ ਗੱਲ ਹੁੰਦੀ ਹੈ ਕਿ ਅਸੀਂ ਆਪਣੀ ਕਾਰਵਾਈ ਜਿਹੜੀ ਉਹ ਪਾਉਣੀ ਹੈ। ਲੇਕਿਨ ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਸੀ ਕਿ ਦਮਦਮੀ ਟਕਸਾਲ ਦੇ ਜਿਹੜੇ 13ਵੇਂ ਮੁਖੀ ਸਨ ਸੰਤ ਕਰਤਾਰ ਸਿੰਘ ਭਿੰਡਰਾਂਵਾਲੇ, ਉਹਨਾਂ ਨੇ ਇੰਦਰਾ ਗਾਂਧੀ ਵੱਲੋਂ ਜਿਹੜੀ ਐਮਰਜੈਂਸੀ ਲਗਾਈ ਗਈ ਸੀ 1975 ਦੇ ਵਿੱਚ, ਉਹਦਾ ਸਭ ਤੋਂ ਵੱਡਾ ਵਿਰੋਧ ਦਮਦਮੀ ਟਕਸਾਲ ਨੇ ਕੀਤਾ ਸੀ। ਤੇ ਦਮਦਮੀ ਟਕਸਾਲ ਦੇ ਹੀ ਜਿਹੜੇ ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਦੇ ਬੇਟੇ ਭਾਈ ਅਮਰੀਕ ਸਿੰਘ, ਉਹ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸਨ। ਦੂਜੇ ਪਾਸੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿਹੜੇ 14ਵੇਂ ਮੁਖੀ ਸਨ ਦਮਦਮੀ ਟਕਸਾਲ ਦੇ, ਔਰ ਉਹਨਾਂ ਨੇ ਉਸ ਵੇਲੇ ਦੀ ਅਕਾਲੀ ਲੀਡਰਸ਼ਿਪ ਦੇ ਨਾਲ ਮਿਲ ਕੇ ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਨਾਲ ਤੇ ਧਰਮਯੁੱਧ ਮੋਰਚੇ ਨੂੰ ਇੱਕ ਜਗ੍ਹਾ ਤੇ ਇਕੱਠਿਆਂ ਕੀਤਾ ਸੀ ਔਰ ਪੰਜਾਬ ਦੇ ਹੱਕਾਂ ਵਾਸਤੇ ਇੱਕ ਲੜਾਈ ਲੜੀ ਸੀ, ਲੜ ਰਹੇ ਸੀ ਸ਼ਾਂਤਮਈ ਤਰੀਕੇ ਦੇ ਨਾਲ। ਇਹ ਸਾਰੀਆਂ ਗੱਲਾਂ ਇੰਦਰਾ ਗਾਂਧੀ ਇੱਕ ਇਸ ਤਰ੍ਹਾਂ ਦੀ ਲੀਡਰ ਸੀ, ਉਹ ਚਾਹੁੰਦੀ ਸੀ ਡਿਕਟੇਟਰਸ਼ਿਪ। ਉਹ ਚਾਹੁੰਦੀ ਸੀ ਕਿ ਕੋਈ ਵੀ ਮੇਰੇ ਅੱਗੇ ਕੋਈ ਪਾਰਟੀ ਨਾ ਬੋਲੇ। ਈਵਨ ਜਿਹੜੀ ਉਸ ਵੇਲੇ ਦੀ ਜਨਸੰਘ ਸੀ, ਜਿਹੜੀ ਬਾਅਦ ਵਿੱਚ ਭਾਰਤੀ ਜਨਤਾ ਪਾਰਟੀ ਬਣੀ, ਉਹਨੂੰ ਵੀ ਉਹਨਾਂ ਨੇ ਅੱਗੇ ਲਾ ਲਿਆ ਸੀ ਇੰਦਰਾ ਗਾਂਧੀ ਨੇ, ਔਰ ਉਹਦੇ ਆਗੂਆਂ ਨੂੰ ਫੜ ਕੇ ਅੰਦਰ ਦਿੱਤਾ ਸੀ। ਪਰ ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਨੇ ਇੱਕ ਬੜੇ ਵਧੀਆ ਢੰਗ ਦੇ ਨਾਲ ਪੰਜਾਬ ਦੇ ਵਿੱਚ ਹੀ ਨਹੀਂ, ਦੇਸ਼ ਵਿਦੇਸ਼ ਦੇ ਵਿੱਚ ਇੱਕ ਜਾਗਰਤੀ ਲਹਿਰ ਪੈਦਾ ਕੀਤੀ ਕਿ ਪ੍ਰੈਸ ਦੇ ਉੱਤੇ ਜਿਹੜੀ ਪਾਬੰਦੀ ਲੱਗੀ ਹੈ ਜਾਂ ਜਿਹੜੇ ਹੱਕਾਂ ਹਕੂਕਾਂ ਤੇ ਪਾਬੰਦੀ ਲੱਗੀ ਹੈ, ਉਹ ਜਿਹੜੀ ਉਸ ਵੇਲੇ ਦੀ ਐਮਰਜੈਂਸੀ ਦਾ ਵਿਰੋਧ ਕੀਤਾ, ਉਹੋ ਹੀ ਇੰਦਰਾ ਗਾਂਧੀ ਦੇ ਦਿਮਾਗ ਦੇ ਵਿੱਚ ਇੱਕ ਗੁੱਸਾ ਸੀ ਜਿਹੜਾ ਉਹਨੇ ਕੱਢਿਆ ਤੇ ਦਰਬਾਰ ਸਾਹਿਬ ਦੇ ਉੱਪਰ ਹਮਲੇ ਦਾ ਇੱਕ ਕਾਰਨ ਬਣਿਆ। ਦੂਜਾ ਸਵਾਲ ਮੇਰਾ ਇਹ ਆ ਕਿ ਉਹ ਸਰਕਾਰ ਕਹਿੰਦੀ ਸੀ ਕਿ ਸ਼੍ਰੀ ਹਰਿਮੰਦਰ ਸਾਹਿਬ 'ਚ ਅਸਲਾ ਬਹੁਤ ਇਕੱਠਾ ਹੋਇਆ, ਉਹਨੂੰ ਫੋਰਟੀਫਾਈ ਕੀਤਾ ਗਿਆ, ਕਿਲ੍ਹੇਬੰਦੀ ਕੀਤੀ ਗਈ ਆ ਤੇ ਖਾੜਕੂ ਉੱਥੇ ਜਮ੍ਹਾਂ ਨੇ। ਪਰ ਬਾਕੀ ਦੇ ਜਿਹੜੇ 37 ਗੁਰਧਾਮਾਂ ਦੇ ਉੱਤੇ, ਇਤਿਹਾਸਕ ਗੁਰਧਾਮਾਂ 'ਤੇ ਹਮਲੇ ਕੀਤੇ ਗਏ, ਜਿਵੇਂ ਦੂਖਨਿਵਾਰਨ ਸਾਹਿਬ ਪਟਿਆਲਾ, ਉਹਦਾ ਕੀ ਕਾਰਨ ਸੀ? ਦੁਨੀਆ ਭਰ ਦੇ ਵਿੱਚ ਬਦਨਾਮ ਕਰਨਾ ਕਿ ਸਿੱਖ ਜਿਹੜੇ ਆ ਉਹ ਆਰਮਜ਼ ਸਟਰਗਲ ਕਰ ਰਹੇ ਨੇ ਇੰਡੀਅਨ ਆਰਮੀ ਦੇ ਨਾਲ, ਤੇ ਹਰ ਜਗ੍ਹਾ ਦੇ ਉੱਤੇ ਉਹ ਦਿਖਾਉਣਾ ਚਾਹੁੰਦੇ ਸੀ ਕਿ ਦੇਖੋ ਜੀ ਇਹਨਾਂ ਦੇ ਕੋਲ ਹਥਿਆਰ ਨੇ ਤੇ ਇਹ ਸਾਡੇ ਨਾਲ ਲੜ ਰਹੇ ਨੇ ਤੇ ਅਸੀਂ ਇਹਨਾਂ ਨੂੰ ਦਬਾ ਕੇ ਤੇ ਦੁਨੀਆ ਦੇ ਵਿੱਚ ਇੱਕ ਆਪਣਾ ਧੌਂਸ ਦਿਖਾਉਣਾ ਚਾਹੁੰਦੀ ਸੀ ਇੰਦਰਾ ਗਾਂਧੀ, ਪਰ ਉਹ ਸਾਰੀ ਲੜਾਈ ਉਹਨੂੰ ਪੁੱਠੀ ਪਈ। ਫਿਰ ਜੇ ਗੱਲ ਕਰੀਏ ਕਿ ਬੜੀ ਇੱਕ ਸੋਚੀ ਸਮਝੀ ਔਰ ਘਿਨਾਉਣੀ ਸਾਜ਼ਿਸ਼ ਦੇ ਤਹਿਤ ਜਦੋਂ ਇਹ ਹਮਲਾ
ਪੂਰਾ ਹੋ ਗਿਆ, ਖਤਮ ਹੋ ਗਿਆ, ਕਹਿਰ ਵਰਤ ਗਿਆ, ਉਸ ਤੋਂ ਬਾਅਦ ਜੋ ਸਿੱਖਾਂ ਦੀ ਬੜੀ ਵੱਡੀ ਵਿਰਾਸਤੀ ਇੱਕ ਸਿੱਖ ਰੈਫਰੈਂਸ ਲਾਇਬ੍ਰੇਰੀ, ਉੱਥੋਂ ਦੁਰਲੱਭ ਪੁਸਤਕਾਂ, ਲਿਟਰੇਚਰ ਕੁਝ ਤਾਂ ਸਾੜ ਦਿੱਤਾ ਗਿਆ, ਕੁਝ ਫੌਜ ਨੇ ਬੰਨ੍ਹ ਲਿਆ ਗਠੜੀਆਂ ਬੰਨ੍ਹ ਕੇ, ਅਤੇ ਉਹ ਬਹੁਤ ਕੀਮਤੀ ਚੀਜ਼ਾਂ ਔਰ ਤੋਸ਼ੇਖਾਨੇ ਦਾ ਜਿਹੜਾ ਸੀਗਾ ਉਹਦੇ 'ਚੋਂ ਵੀ ਚੀਜ਼ਾਂ ਬੇਸ਼ਕੀਮਤੀ ਉਹ ਆਪਣੇ ਨਾਲ ਲੈ ਗਏ। ਇਹਦਾ ਕੀ ਕਾਰਨ ਸੀ, ਕਿਉਂ ਉਹਨਾਂ ਨੇ ਇਸ ਤਰ੍ਹਾਂ ਕੀਤਾ? ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਜਿਹੜਾ ਅਨਮੋਲ ਖਜ਼ਾਨਾ, ਸਾਡਾ ਅਨਮੋਲ ਖਜ਼ਾਨਾ, ਉਹ ਅਜੇ ਤੱਕ ਨਾ ਮਿਲਣਾ, ਤੇ ਸਮਝਦੇ ਹਾਂ ਕਿ ਉਸ ਪਾਰਟੀ ਦੀ ਸਰਕਾਰ ਹੈ ਜਿਸ ਪਾਰਟੀ ਦੇ ਵਿੱਚ ਮੌਜੂਦਾ ਅਕਾਲੀ ਦਲ ਬਾਦਲ ਦੀ ਹਰਸਿਮਰਤ ਕੌਰ ਬਾਦਲ ਉੱਥੇ ਬਕਾਇਦਾ ਕਿ ਕੈਬਨਿਟ ਮੰਤਰੀ ਹੈ। ਇੱਕ ਪਾਸੇ ਕਹਿੰਦੇ ਸਾਡਾ 9 ਮਾਸ ਦਾ ਰਿਸ਼ਤਾ ਉਹਨਾਂ ਦੇ ਨਾਲ, ਦੂਜੇ ਪਾਸੇ ਉਸ ਪਾਰਟੀ ਦਾ ਰਾਜ ਹੋਵੇ। ਔਰ ਪਹਿਲਾਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸੀ, ਨਰਿੰਦਰ ਮੋਦੀ ਦੀ ਸਰਕਾਰ, ਫਿਰ ਦੂਜੀ ਵਾਰ ਫਿਰ ਬਣੀ ਮੋਦੀ ਦੀ ਸਰਕਾਰ, ਲੇਕਿਨ ਅਜੇ ਤੱਕ ਉਹ ਸਾਨੂੰ ਸਰਮਾਇਆ ਵਾਪਸ ਨਹੀਂ ਕੀਤਾ ਗਿਆ। ਇਸ ਲਈ ਸਿੱਧੇ ਰੂਪ ਦੇ ਵਿੱਚ ਸਾਡੀ ਸਿੱਖ ਲੀਡਰਸ਼ਿਪ ਜਿਹੜੀ ਜ਼ਿੰਮੇਵਾਰ ਹੈ। ਭਾਈ ਕਰਨੈਲ ਸਿੰਘ ਪੀਰ ਮੁਹੰਮਦ ਜੀ, ਮੇਰਾ ਆਖਰੀ ਸਵਾਲ ਤੁਹਾਨੂੰ ਇਹ ਹੈ ਕਿ 1984 ਦੇ ਸਾਕਾ ਨੀਲਾ ਤਾਰਾ ਤੋਂ ਬਾਅਦ ਜਿਹੜਾ ਕਹਿਰ ਵਰਤਾਇਆ ਸਿਕਿਉਰਿਟੀ ਫੋਰਸਿਸ ਨੇ, ਖਾਸ ਤੌਰ 'ਤੇ ਮਾਝੇ ਇਲਾਕੇ ਵਿੱਚ, ਜਿਹਨੂੰ ਆਪਰੇਸ਼ਨ ਵੁੱਡ ਰੋਜ਼ ਦਾ ਨਾਂ ਦਿੱਤਾ ਗਿਆ, ਕੌਮਿੰਗ ਆਪਰੇਸ਼ਨ ਦਾ ਨਾਂ ਦਿੱਤਾ ਗਿਆ, ਫਿਰ ਬਰਨਾਲਾ ਸਰਕਾਰ ਵੇਲੇ ਬਲੈਕ ਥੰਡਰ ਆਪਰੇਸ਼ਨ ਹੋਇਆ, ਅਤੇ ਜਿਹਦੇ ਵਿੱਚ ਸੈਂਕੜੇ ਬੇਗੁਨਾਹ ਗੱਭਰੂਆਂ ਦੀਆਂ ਸ਼ਹੀਦੀਆਂ ਹੋਈਆਂ। ਇਹਦੇ ਪਿੱਛੇ ਤੁਸੀਂ ਕੀ ਕਾਰਨ ਸਮਝਦੇ ਹੋ? ਬਹੁਤ ਵੱਡਾ ਦੁਖਾਂਤ ਹੈ ਜਿਹਨੂੰ ਕਿ ਖਾਲੜਾ ਸਾਹਿਬ ਨੇ, ਜਸਵੰਤ ਸਿੰਘ ਖਾਲੜਾ ਨੇ ਨਸ਼ਰ ਕੀਤਾ ਔਰ ਆਪਣੀ ਜਾਨ ਤੱਕ ਉਹਨਾਂ ਨੂੰ ਦੇਣੀ ਪਈ ਇਸ ਬਦਲੇ। ਵੁੱਡ ਰੋਜ਼, ਇਹ ਜਿੰਨਾ ਕੁਝ ਵੀ ਕੀਤਾ ਗਿਆ, ਇਹ ਸਿਰਫ ਤੇ ਸਿਰਫ ਸਿੱਖ ਕੌਮ ਦੀ ਨੌਜਵਾਨ ਪੀੜ੍ਹੀ ਨੂੰ ਖਤਮ ਕਰਨ ਵਾਸਤੇ ਕੀਤਾ ਗਿਆ ਸੀ, ਲੇਕਿਨ ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਅੱਜ ਵੀ ਜਾਰੀ ਹੈ। ਅੱਜ ਜਿਹੜੀ ਸਿੱਖ ਨਸਲਕੁਸ਼ੀ ਦਾ ਢੰਗ ਤਰੀਕਾ ਬਦਲਿਆ ਗਿਆ ਹੈ। ਅੱਜ ਸਿੱਖ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਨਾਲ ਮਾਰਿਆ ਜਾ ਰਿਹਾ। ਸੋ ਇਸ ਬਾਰੇ ਸਾਡੇ ਪੰਜਾਬੀਆਂ ਨੂੰ, ਸਾਡੀ ਕੌਮ ਨੂੰ, ਸਾਡੇ ਮਾਪਿਆਂ ਨੂੰ, ਸਾਰਿਆਂ ਨੂੰ ਇਕਜੁੱਟ ਹੋ ਕੇ ਸੋਚਣਾ ਪਵੇ। ਹੁਣ ਮੁਲਾਕਾਤ ਕਰਾ ਰਹੇ ਹਾਂ ਪੰਥ ਦੀ ਉਸ ਮਹਾਨ ਸ਼ਖਸੀਅਤ ਨਾਲ ਜਿਹੜੇ, ਜਿਵੇਂ ਕਿ ਮੈਂ ਪਹਿਲਾਂ ਦੱਸ ਚੁੱਕਾ ਹਾਂ, ਉਸ ਵੇਲੇ 1984 ਦੇ ਸਮੇਂ ਦੌਰਾਨ ਦਮਨੀ ਟਕਸਾਲ ਦੇ ਮੁੱਖ ਬੁਲਾਰੇ ਰਹੇ, ਸੰਤ ਲਹਿਰ ਸਿੰਘ ਪਿੰਡਰਾਂਵਾਲਿਆਂ ਦੇ ਅਤੀ ਕਰੀਬੀ ਸਾਥੀਆਂ ਤੋਂ ਰਹੇ, ਤੇ ਇਸ ਵੇਲੇ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਨੇ ਭਾਈ ਮੋਹਕਮ ਸਿੰਘ ਜੀ ਸਰਕਾਰ ਨੂੰ ਸੱਚ ਸੁਣਾਏ ਸੀ, ਸੱਚ ਕੀ ਵੇਲਾ। ਆਪ ਜੀ ਤੋਂ ਮੈਂ ਇਹ ਜਾਣਨਾ ਚਾਹੁੰਦਾ ਆਪਣੇ ਦਰਸ਼ਕਾਂ ਕਿ ਸ਼੍ਰੀਮਤੀ ਇੰਦਰਾ ਗਾਂਧੀ ਜਿਹੜੇ ਉਸ ਵੇਲੇ ਪ੍ਰਧਾਨ ਮੰਤਰੀ ਸੀ, ਉਹਨਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਤੇ ਹੋਰਨਾਂ ਗੁਰਧਾਮਾਂ ਤੇ ਹਮਲਾ ਕਰਨ ਦਾ ਫੈਸਲਾ ਆਪ ਕੀਤਾ ਜਾਂ ਉਹਨਾਂ ਦੇ ਕੋਈ ਹੋਰ ਪਿੱਛੇ ਸਲਾਹਕਾਰ ਸੀ ਜਾਂ ਕੋਈ ਵਿਦੇਸ਼ੀ ਤਾਕਤਾਂ ਵੀ ਸੀ ਇਹਦੇ ਵਿੱਚ ਸ਼ਾਮਲ? ਇਹਦੇ ਬਾਰੇ ਤੁਸੀਂ ਜਿੰਨਾ ਜਾਣਦੇ ਹੋ ਸ਼ਾਇਦ ਹੋਰ ਲੋਕ ਘੱਟ ਜਾਣਦੇ ਹੋਣ। ਅਸਲ ਵਿੱਚ ਗੱਲ ਇਹ ਹੈ ਕਿ ਇੰਦਰਾ ਗਾਂਧੀ ਦਾ ਪਹਿਲਾਂ ਤੋਂ ਆਪਣੇ ਸੁਭਾਅ ਦੀ ਗੱਲ ਕਰਨੀ ਪਏਗੀ ਸਾਨੂੰ, ਜੇ ਇਹਨੂੰ ਸਮਝਣਾ ਤੇ। ਉਹ ਇੱਕ ਅਮੀਰ ਘਰ ਵਿੱਚ ਜੰਮੀ ਹੋਈ ਸੀ। ਉਹਦਾ ਬਾਪ ਵੀ ਤੇ ਉਹਦਾ ਦਾਦਾ ਵੀ ਪੋਲੀਟੀਕਲ ਵਿਅਕਤੀ ਸਨ, ਔਰ ਉਹਦਾ ਬਾਪ ਜਿਹੜਾ ਸੀ ਉਹ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਰਹਿ ਚੁੱਕਾ ਸੀ, ਤੇ ਉਹ ਆਪ ਵੀ ਪ੍ਰਧਾਨ ਮੰਤਰੀ ਸੀ। ਉਹਦਾ ਜਿਹੜਾ ਪਿਛਲਾ ਸੀ ਰਿਕਾਰਡ ਸਾਰਾ ਉਹ ਇਸ ਕਿਸਮ ਦਾ ਸੀ ਕਿ ਜਿਹਦੇ 'ਚ ਉਹਨੇ ਆਪਣੇ ਫੈਸਲੇ ਜਿਹੜੇ ਆ ਬੜੇ ਮਤਲਬ ਕਿ ਇਸ ਤਰ੍ਹਾਂ ਲਏ ਆ ਜਿਹਨੂੰ ਬੜੇ ਕਰੀਏ ਸਖਤ ਫੈਸਲੇ। ਐਮਰਜੈਂਸੀ ਦਾ ਫੈਸਲਾ ਲਿਆ ਤੇ ਉਹਨੇ ਬੜਾ ਸਿੱਧਾ ਲੈ ਲਿਆ। ਜੇ ਉਹਨੇ ਅਦਾਲਤ ਵਿਰੁੱਧ ਵੀ ਫੈਸਲਾ ਲਿਆ ਤੇ ਸਿੱਧਾ ਲਿਆ। ਜੇ ਉਹਨੇ ਹਿੰਦੁਸਤਾਨ ਦੇ ਲੀਡਰਸ਼ਿਪ ਨੂੰ ਅੰਦਰ ਕਰਨ ਦਾ ਫੈਸਲਾ ਕੀਤਾ ਤੇ ਉਹ ਵੀ ਉਹਨੇ ਬੜਾ ਸਿੱਧਾ ਸਾਦਾ ਆਪ ਫੈਸਲਾ ਕੀਤਾ। ਇੱਕ ਤਾਂ ਉਹਦੇ ਆਪਣੇ ਸੁਭਾਅ ਦਾ ਇਹ ਹਿੱਸਾ ਸੀ। ਦੂਜੀ ਗੱਲ ਇਹ ਹੈ ਕਿ ਜਿੱਥੋਂ ਤੱਕ ਟਕਰਾਓ ਦਾ ਮਾਮਲਾ ਹੈ ਤੇ ਉਹ ਦਰਬਾਰ ਸਾਹਿਬ ਦੇ ਹਮਲੇ ਦਾ ਮਾਮਲਾ ਹੈ, ਇਹ ਇੱਕ ਆਪਣੇ ਦੇਸ਼ ਦੇ ਵਿਰੁੱਧ ਇੱਕ ਫੌਜ ਦੀ ਵਰਤੋਂ ਦਾ ਮਾਮਲਾ ਸੀ। ਇਸ ਵਿੱਚ ਉਹ ਉਸ ਤਰ੍ਹਾਂ ਦੇ ਫੈਸਲੇ ਨਹੀਂ ਲੈ ਸਕਦੀ ਜਿੱਦਾਂ ਦੇ ਰਾਜਨੀਤਿਕ ਫੈਸਲੇ ਲਏ ਜਾਂਦੇ ਆ। ਇਹਦੀ ਸਿਕਿਉਰਿਟੀ ਨਾਲ ਉਹਨਾਂ ਦਾ ਮਸਲਾ ਆ ਰਿਹਾ ਸੀ ਔਰ ਉਹ ਇੱਕ ਹਿਸਟੋਰੀਕਲੀ ਝਗੜੇ ਦਾ ਕਾਰਨ ਬਣ ਸਕਦਾ ਸੀ ਜਾਂ ਇਸ ਤਰ੍ਹਾਂ ਦੀ ਇੱਕ ਵੱਖਰੀ ਕਿਸਮ ਦੀ ਸਮੱਸਿਆ ਸੀ। ਉਹਦੇ ਵਿੱਚ ਉਹਨੂੰ ਸਾਥੀਆਂ ਨੂੰ ਸੱਜੇ ਖੱਬੇ ਉਹਨਾਂ ਨੂੰ ਪੁੱਛਿਆ ਔਰ ਉਹ ਸੱਜੇ ਖੱਬੇ ਸਾਰਿਆਂ ਨੇ ਮਤਲਬ ਜਿਵੇਂ ਹੁਣ ਮਾਈ ਕੰਟਰੀ ਮਾਈ ਲਾਈਫ ਵਿੱਚ ਅਡਵਾਨੀ ਜੀ ਇਹ ਗੱਲ ਕਹਿ ਰਹੇ ਆ ਕਿ ਉਹ ਹਮਲਾ ਕਰਨ ਤੋਂ ਅਜੇ ਥੋੜਾ ਟਾਈਮ ਟਿਕਾਉਣਾ ਚਾਹੁੰਦੇ ਸੀ ਪਰ ਅਸੀਂ ਉਹਨੂੰ ਮਜਬੂਰ ਕਰਤਾ, ਸੜਕ ਤੋਂ
ਸੰਸਦ ਤੱਕ ਇਹ ਉਹਦੇ ਵਿੱਚ ਉਹ ਜਿਹੜਾ ਦੇ ਰਹੇ ਆ ਉਹ ਵੀ ਸਾਹਮਣੇ ਅਕਾਲੀਆਂ ਦੀਆਂ ਜਿਹੜੀਆਂ ਮੀਟਿੰਗਾਂ ਹੋਈਆਂ ਉਹ ਵੀ ਸਾਡੇ ਸਾਹਮਣੇ ਹੈ। ਜਿਹੜੇ ਉਹਦੇ ਆਪਣੇ ਸਲਾਹਕਾਰ ਸੀ ਉਸ ਸਮੇਂ ਉਹਨਾਂ ਦਾ ਵੀ ਇਹ ਸਾਹਮਣੇ ਹੈ। ਔਰ ਉਹਦੀ ਇੱਕ ਪ੍ਰੋਬਲਮ ਸੀ ਜ਼ਰੂਰ ਕਿ ਜਦ ਹਿੰਦੁਸਤਾਨ ਦੀ ਇਹ ਦੇਸ਼ ਬਣਾ ਕੇ ਜੇ ਤੁਸੀਂ ਸੱਤਾ ਦੇ ਕੇ ਗਏ ਤਾਂ ਦੇ ਕੇ ਗਏ ਹੀ ਬਰਤਾਨੀਆ। ਬਰਤਾਨੀਆ ਨੇ ਸਿੱਖਾਂ ਕੋਲ ਵੀ ਰਾਜ ਲਿਆ ਸੀ, ਬਾਕੀਆਂ ਕੋਲ ਵੀ ਲਿਆ ਸੀ। ਜਾਂਦੀ ਵਾਰੀ ਉਹਨੇ ਦੇ ਕੇ ਜਾਣਾ ਸੀ ਤੇ ਉਹਦੇ ਨਾਲ ਕੁਝ ਨਾ ਕੁਝ ਇਹਨਾਂ ਦੀਆਂ ਲਿਖਤੀ ਜਾਂ ਅਣਲਿਖਤੀ ਸਮੱਸਿਆਵਾਂ ਸਨ। ਇਸ ਲਈ ਉਸਨੂੰ ਵਿਸ਼ਵਾਸ 'ਚ ਲੈਣਾ ਇਹਨਾਂ ਦੀ ਇੱਕ ਮੈਂ ਸਮਝਦਾ ਕਿ ਜਿਹੜਾ ਉਹ ਬਰਤਾਨੀਆ ਦਾ ਵਾਰ-ਵਾਰ ਜ਼ਿਕਰ ਆ ਰਿਹਾ ਹੈ ਕਿ ਉਹਨਾਂ ਦੀ ਰਿਪੋਰਟ ਲਈ ਜਾਂ ਉਹਨਾਂ ਨੂੰ ਪੁੱਛਿਆ। ਸੋ ਉਹਨਾਂ ਨੂੰ ਵਿਸ਼ਵਾਸ 'ਚ ਲੈਣਾ ਇਹਦੀ ਇੱਕ ਮਜਬੂਰੀ ਕਹਿ ਲਓ ਜਾਂ ਇੱਕ ਕੁਛ ਇਸ ਤਰ੍ਹਾਂ ਦਾ ਕਹਿ ਲਓ। ਮਤਲਬ ਕਿ ਉਹ ਇੱਕ ਮੰਤਰੀ ਪੱਧਰ ਤੇ ਕੋ ਜੋ ਉਹਨਾਂ ਦੇ 5 ਮੈਂਬਰਾਂ ਵਿੱਚ ਵੀ ਮੈਂਬਰ ਸੀ, ਮੈਂ ਇਸ ਤਰ੍ਹਾਂ ਦਾ ਨਹੀਂ ਛੱਡ ਗਿਆ, ਮੈਂ ਏਦਾਂ ਛੱਡ ਗਿਆ ਸੀ। ਉਹਦਾ ਆਪਣਾ ਜਿਹੜਾ ਦਿਲ ਦਾ ਦਿਮਾਗ ਦਾ ਘਮੰਡ ਸੀ ਨਾ ਇੱਕ, ਮੈਂ ਕਿਸੇ ਦੀ ਕੋਈ ਪਰਵਾਹ ਨਹੀਂ ਕਹਿੰਦੀ, ਉਹ ਇੱਕ ਵੱਡਾ ਕੰਮ ਜਿਹੜਾ ਸੀ ਇੱਥੇ ਕਰ ਰਿਹਾ ਸੀ। ਤੇ ਇਹ ਜਿਹੜਾ ਅਕਾਲੀ ਲੀਡਰਸ਼ਿਪ ਜਿਹੜੀ ਸੀ, ਜਿਹੜਾ ਰਲ ਕੇ ਮੋਰਚਾ ਲਾਇਆ ਸੀ ਸੰਤ ਜਰਨੈਲ ਸਿੰਘ ਦੇ ਨਾਲ, ਕਹਿੰਦੇ ਸੀ ਸਿਧਾਰਥ ਪੱਖੋਂ ਸੀ ਇਕੱਠੀਆਂ, ਤੇ ਬਾਅਦ ਵਿੱਚ ਫਿਰ ਜਦੋਂ ਸਰੈਂਡਰ ਕੀਤਾ ਉਹਨਾਂ ਨੇ ਹੱਥ ਖੜੇ ਕਰਕੇ ਇਹ ਫਿਰ ਕਿਉਂ ਨਿਕਲੇ? ਜੇ ਵਿਚਾਰਾਂ ਦੀ ਸਾਂਝ ਸੀ ਉਹ ਮਤਲਬ ਵਿਚਾਰਾਂ ਦੀ ਸਾਂਝ ਨਹੀਂ ਸੀ। ਦੇਖੋ ਬੇਨਤੀ ਇਹ ਆ ਕਿ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਦਵਿੰਦਰ ਸਿੰਘ ਗਰਚਾ ਤੇ ਕੈਪਟਨ ਅਮਰਿੰਦਰ ਸਿੰਘ ਕਾਂਗਰਸੀ ਟਿਕਟ ਤੇ ਜਿੱਤੇ ਹੋਏ ਬੰਦੇ ਦਾ ਅਸਤੀਫੇ ਦੇ ਗਏ। ਇਹਨਾਂ ਦੇ ਕਿਸੇ ਐਮਐਲਏ ਨੇ ਅਸਤੀਫਾ ਦਿੱਤਾ? ਨਹੀਂ ਦਿੱਤਾ। ਤੇ ਐਮਪੀ ਨੇ ਅਸਤੀਫਾ ਦਿੱਤਾ? ਕਿਉਂ ਨਹੀਂ? ਇਹ ਦੇਖੋ ਸ਼ੰਕਾਵਾਂ ਤਾਂ ਆਪਣਾ ਕੰਮ ਕਰਦੀਆਂ ਨੇ। ਔਰ ਜਿਹੜੀਆਂ ਮਤਲਬ ਕਿ ਲਗਾਤਾਰ ਇਹਨਾਂ ਦੀਆਂ ਮੀਟਿੰਗਾਂ ਹੋਈਆਂ ਨੇ ਉਹ ਦਰਜਨਾਂ ਦੇ ਵਿੱਚ ਨੇ, ਕੋਈ 1 2 4 ਤਾਂ ਹੈ ਨਹੀਂ। ਉਹਨਾਂ ਵਿੱਚ ਕੀ ਹੋਇਆ ਅੱਜ ਤੱਕ ਉਹ ਬਿਲਕੁਲ ਨਹੀਂ ਪਤਾ। ਅਖੀਰ ਵਿੱਚ ਅੱਜ ਉਹਨਾਂ ਸਾਰੇ ਪੁਰਾਣੇ ਰਵਾਇਤੀ ਲੀਡਰਾਂ ਦੇ ਵਿੱਚੋਂ ਇੱਕ ਵੱਡੇ ਕੱਦ ਦਾ ਲੀਡਰ, ਉਹਨਾਂ ਚੋਟੀ ਦੇ 3 4 ਬੰਦੇ ਜਾਂ ਜਿਹੜੇ ਸਨ ਲੀਡਰ, ਉਹਨਾਂ ਵਿੱਚੋਂ ਇੱਕ ਚੋਟੀ ਦਾ ਲੀਡਰ ਇੱਕੋ ਰਹਿ ਗਿਆ। ਦੂਜੀ ਗੱਲ ਕਿ ਦਰਬਾਰ ਸਾਹਿਬ ਦੇ ਹਮਲੇ ਦੀ ਭਿਆਨਕਤਾ ਨੂੰ ਇਹਨਾਂ ਨੇ ਪਹਿਲਾਂ ਇਸ ਕਦਰ ਨਾ ਇੰਦਰਾ ਗਾਂਧੀ ਨੇ ਲਿਆ, ਨਾ ਅਕਾਲੀ ਦਲਾਂ ਨੇ ਲਿਆ ਤੇ ਨਾ ਕੁਝ ਹੋਰ ਹੋਇਆ। ਨਤੀਜਾ ਨਿਕਲਿਆ ਪਬਲਿਕ ਇਹਨਾਂ ਤੋਂ ਨਿਰਾਸ਼ ਹੋ ਗਈ। ਫਿਰ ਦੋਨਾਂ ਧਿਰਾਂ ਨੇ ਮਿਲ ਕੇ ਰਾਜੀਵ ਲੌਂਗੋਵਾਲ ਸਮਝੌਤਾ ਜਿਹੜਾ ਸੀ ਉਹਨੂੰ ਇਹਨਾਂ ਨੇ ਬੰਨਿਆ, ਜਿਹਦੇ ਵਿੱਚ ਹੈ ਕੁਝ ਵੀ ਨਹੀਂ ਸੀ, ਇੱਕ ਐਵੇਂ ਖਾਮਖਾ ਦੀ ਗੱਲ ਸੀ। ਹਾਂ, ਦੂਜਾ ਕਹਿੰਦੇ ਆ ਵੀ ਘਰੋਂ ਗਏ ਫਰੰਗੀ ਦੇ ਮਾਰਨੇ ਨੂੰ ਸਗੋਂ ਚਾਬੀਆਂ ਹੱਥ ਫੜਾਏ। ਜਿਹੜੇ ਉਹ ਨਹਿਰ ਦੇ ਮੋਰਚੇ ਲੱਗੇ ਸੀ ਕਹਿ ਆਏ ਕਿ ਨਹਿਰ ਅਸੀਂ ਆਪ ਕੱਢ ਕੇ ਦਿਆਂਗੇ, ਸੋ ਉਲਟਾ ਚਾਬੀਆਂ ਵੀ ਉਹਨਾਂ ਦੇ ਹੱਥਾਂ 'ਚ ਦੇ ਆਏ। ਇਹ ਮਤਲਬ ਜਾਣੀ ਕਿ ਇਹ ਇੰਨੇ ਡਰ ਗਏ ਸਨ, ਪਹਿਲਾਂ ਵੀ ਡਰੇ ਹੋਏ ਸਨ, ਬਾਅਦ 'ਚ ਵੀ ਡਰੇ ਹੋਏ ਸਨ। ਔਰ ਇਹਨਾਂ ਦਾ ਡਰ ਹੀ ਇਹਨਾਂ ਨੂੰ ਮਾਰ ਗਿਆ ਕਿ ਇੰਦਰਾ ਗਾਂਧੀ ਦੇ ਅੱਗੇ ਖੜ ਕੇ ਆਪਣੀ ਗੱਲ ਸਟੈਂਡ ਨਾਲ ਨਹੀਂ ਕਹਿ ਸਕੇ। ਇਹ ਗੱਲ ਜਿਹੜੀ ਹੈ ਉਹ ਸਾਹਮਣੇ ਹਿਸਟਰੀ ਦੇ ਵਿੱਚ ਪਈ ਹੈ। ਅਕਾਲੀ ਵੀ ਇਸ ਵਿੱਚ ਪੂਰੀ ਤਰ੍ਹਾਂ ਉਹ ਲਿਪਤ ਨੇ, ਦੂਜੇ ਵੀ ਲਿਪਤ ਨੇ। ਜੇ ਨਹੀਂ ਲਿਪਤ ਤੇ ਉਹਨੂੰ ਆਪਣੀ ਗੱਲ ਸਥਿਤੀ ਕਲੀਅਰ ਕਰਨੀ ਚਾਹੀਦੀ ਹੈ। ਜਿਹੜੇ ਚਲੇ ਗਏ ਉਹਨਾਂ ਨੇ ਨਹੀਂ ਕੀਤੀ। ਤੇ ਤੁਸੀਂ ਬਹੁਤ ਸੰਖੇਪ ਸ਼ਬਦਾਂ ਵਿੱਚ ਇਹ ਦੱਸਣ ਦੀ ਕਿਰਪਾਲਤਾ ਕਰੋ, ਸਾਰੀ ਦੁਨੀਆ ਵਾਸਤੇ ਸਿੱਖਾਂ ਵਾਸਤੇ ਸੁਣਿਆ ਕਿ ਜਿਹੜਾ ਕੌਮ ਦਾ ਭਵਿੱਖ ਕੀ ਹੈ, ਹੁਣ ਕੌਮ ਨੂੰ ਕੀ ਰਣਨੀਤੀ ਅਖਤਿਆਰ ਕਰਨੀ ਚਾਹੀਦੀ ਹੈ? ਦੇਖੋ, ਸਭ ਤੋਂ ਪਹਿਲੀ ਗੱਲ ਤਾਂ ਕੌਮ ਨੂੰ ਇਹ ਕਰਨੀ ਚਾਹੀਦੀ ਜਿਹੜੀ ਵੀ ਲੀਡਰਸ਼ਿਪ, ਜਿਹੜੀ ਤਾਂ ਰਵਾਇਤੀ ਅਕਾਲੀ ਦਲ ਸੀ ਉਹਨੂੰ ਸਾਈਡ ਤੇ ਰੱਖ ਲਓ ਇੱਕ ਮਿੰਟ। ਜਿਹੜੀ ਦੂਸਰੀ ਲੀਡਰਸ਼ਿਪ ਹੈ, ਜਿਹੜੀ ਸੰਤ ਜਰਨੈਲ ਸਿੰਘ ਦਾ ਅਸੀਂ ਲੋਕ ਦਾਅਵਾ ਕਰਨ ਵਾਲੇ ਹਾਂ, ਇਹਨਾਂ 'ਚ ਮੈਂ ਵੀ ਸ਼ਾਮਲ ਹਾਂ, ਹੋਰ ਵੀ ਸ਼ਾਮਲ ਨੇ, ਸਾਨੂੰ ਆਪਣੀ ਬੇਕਿਰਕੀ ਨਾਲ ਆਪਣੇ ਫੈਸਲਿਆਂ ਦੇ ਉੱਤੇ ਸਵੈ ਪੜਚੋਲ ਦੀ ਲੋੜ ਹੈ। ਬਿਲਕੁਲ ਉਹਨੂੰ ਬਹੁਤ ਜ਼ਿਆਦਾ ਬਾਬਾ ਫਰੀਦ ਜੀ ਦਾ ਕਹਿਣ ਮੁਤਾਬਕ ਕਿ ਆਪਣੇ ਗਰੀਬਾਂ ਨੂੰ ਸਿਰ ਨੀਵਾਂ ਕਰਦੇ। ਕੀ ਕਾਰਨ ਨੇ ਕਿ ਅਸੀਂ ਮਤਲਬ ਕਿ ਉਹ ਏਡਾ ਵੱਡਾ ਇੱਕ ਖੂਨ ਦੀ ਨਦੀ ਧਰਕੇ ਤਾਂ ਲੰਘ ਗਏ ਆ। ਸਰਕਾਰ ਦੇ ਤਸ਼ੱਦਦ ਨੂੰ ਸਹਾਰ ਲਿਆ ਹੈ, ਸਰਕਾਰ ਦੇ ਜ਼ੁਲਮਾਂ ਨੂੰ ਸਹਾਰ ਲਿਆ, ਸਭ ਕੁਝ ਹੋ ਗਿਆ ਹੈ। ਤੇ ਮਤਲਬ ਸਿੱਖਾਂ ਨੇ ਇੰਨਾ ਵੱਡਾ ਸਮਰਥਨ ਵੀ ਸਾਨੂੰ ਦਿੱਤਾ, ਸਭ ਕੁਝ ਦਿੱਤਾ। ਅਸੀਂ ਉਸ ਨੂੰ ਮਤਲਬ ਕਿ ਲੋਕ ਮਨਾਂ ਦੇ ਵਿੱਚ ਸਥਾਈ ਤੌਰ ਤੇ ਬਿਠਾਉਣ ਵਿੱਚ ਤੇ ਉਹਨੂੰ ਉਸ ਮੌਕੇ ਨੂੰ ਪੰਥ ਦੇ ਵਿੱਚ ਉਤਾਰਨ ਵਾਸਤੇ, ਕਿਉਂਕਿ ਦੁਨੀਆ 'ਚ ਸੱਤਾ ਜਿਹੜੀ ਹੈ ਮੀਰੀ ਤੇ ਪੀਰੀ ਹੈ। ਧਾਰਮਿਕ ਤੌਰ ਤੇ ਅਸੀਂ ਕਿਉਂ ਪੂਰੀ ਤਰ੍ਹਾਂ ਨਹੀਂ ਸਫਲ ਹੋਏ ਤੇ ਰਾਜਨੀਤਿਕ ਤੌਰ ਤੇ ਪੂਰੀ ਤਰ੍ਹਾਂ ਬਿਲਕੁਲ ਹੀ ਨਹੀਂ ਸਫਲ ਹੋ ਪਾਏ। ਇਹ ਬੇਕਿਰਕੀ ਨਾਲ ਸਾਨੂੰ ਇਹਦੇ ਤੇ ਵਿਚਾਰ ਕਰਨ ਦੀ ਲੋੜ ਹੈ। ਦੂਜੀ ਗੱਲ ਮੈਂ ਸਮਝਦਾ ਕਿ ਜਿਹੜਾ ਭਵਿੱਖ ਦੀ ਗੱਲ ਤੁਸੀਂ ਗੱਲ ਕਹੀਏ, ਜੇ ਓਪਨਲੀ ਤੌਰ ਤੇ ਕਹੀਏ, ਦੇਖੋ ਬਹੁਤ ਲੰਮਾ ਹੋ ਗਿਆ ਸੀ
ਨਾਅਰਿਆਂ ਦੀ ਨੀਤੀ ਵੀ ਕੀਤੀ, ਅਸੀਂ ਹੋਰ ਜਜ਼ਬਾਤ ਦੀ ਰਾਜਨੀਤੀ ਵੀ ਕੀਤੀ, ਅਸੀਂ ਧਰਨੇ ਮੁਜ਼ਾਹਰੇ ਦੀ ਵੀ ਕੀਤੀ, ਸਭ ਕੁਝ ਕੀਤਾ, ਹੋ ਗਿਆ, ਹੁੰਦਾ, ਚੱਲਦਾ ਰਹੇਗਾ। ਇਹ ਇੱਕ ਆਪਣੀ ਲੈਣ ਹੈ, ਆਪਣੀ ਸਿਸਟਮ ਚੱਲਦਾ ਰਹਿਣਾ ਹੈ, ਉਹ ਵੱਖਰੀ ਚੀਜ਼ ਹੈ। ਪਰ ਇਸ ਤੋਂ ਬਾਅਦ ਜਾ ਕੇ ਸਾਨੂੰ ਸਾਡੀ ਨੀਅਤ ਵਿੱਚ ਮੈਂ ਸਮਝਦਾ ਸੰਜਰੈਸੋਂ ਦੀ ਧਿਰ ਦੀ ਨੀਅਤ 'ਚ ਫਰਕ ਨਹੀਂਗਾ, ਨੀਤੀ 'ਚ ਫਰਕ ਹੈ। ਸਾਨੂੰ ਨੀਅਤ ਤੇ ਨੀਤੀ ਦੋਨਾਂ ਦੇ ਉੱਤੇ ਵਿਚਾਰ ਜਿਹੜੀ ਹੈ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿੰਨਾ ਚਿਰ ਦੋਵਾਂ ਚੀਜ਼ਾਂ ਦੇ ਵਿਚਾਰ ਨਾ ਹੋਈ ਸਾਡੀ ਸੂਤਰ ਨਹੀਂ ਆਉਣਾ, ਇਹ ਠੀਕ ਨਹੀਂ ਬੈਠਣਾ। ਇਹ ਏਦਾਂ ਹੀ ਗੁੱਲੀਆਂ ਦੀ ਖੇਡ ਰਹੇਗੀ, ਜਿਵੇਂ ਉਹ ਭਾਈਦੇ ਨੇ ਦੌੜਦੇ, ਇੱਕ ਗੁੱਲੀ ਫੜਾਉਂਦਾ ਉੱਥੇ ਚਲੇ ਜਾਂਦਾ, ਅਗਲੇ ਫੜਾ ਦਿੰਦਾ, ਅਗਲੇ ਮੁੜ ਕੇ ਉੱਥੇ ਗੁੱਲੀ ਆ ਜਾਂਦੀ ਹੈ। ਕਈ ਵਾਰ ਲੋਕਾਂ ਨੇ ਸਾਨੂੰ ਇੰਨਾ ਜ਼ਿਆਦਾ ਸਮਰਥਨ ਦਿੱਤਾ, ਪਰ ਅਸੀਂ ਗੁੱਲੀ ਲੈ ਕੇ ਮੁੜ ਉਸੇ ਮੋੜ ਤੇ ਆ ਜਾਂਦੇ ਹਾਂ। ਇਹ ਸਾਡੀ ਇਹਦੇ ਤੋਂ ਪਾਰ ਤਦ ਹੋਵਾਂਗੇ ਜੇ ਅਸੀਂ ਗੰਭੀਰਤਾ ਦੇ ਨਾਲ, ਪੂਰੀ ਨਿਸ਼ਠਾ ਦੇ ਨਾਲ ਆਪਣੇ ਕਰਮ ਦੇ ਉੱਤੇ, ਆਪਣੇ ਕੰਮ ਦੇ ਉੱਤੇ ਵਿਚਾਰ ਕਰਾਂਗੇ ਤਾਂ। ਅੰਮ੍ਰਿਤਸਰ ਤੋਂ ਲੈ ਕੇ ਯੂਐਨਓ ਤੱਕ ਇਹ ਗੱਲ ਪਹੁੰਚ ਚੁੱਕੀ ਹੈ ਕਿ ਸਿੱਖ ਵੱਖਰੇ ਆ, ਉਹ ਵੱਖਰੇ ਆ। ਜੇ ਇਕੱਠੇ ਹੁੰਦੇ ਤੇ ਉਹ ਇਹਨਾਂ ਦੇ ਧਰਮ ਸਥਾਨਾਂ ਤੇ ਕਿਉਂ ਹਮਲੇ ਕਰਦੇ? ਇਹ ਕਲੀਅਰ ਤੇ ਸਾਫ਼ ਹੋ ਚੁੱਕੀ ਹੈ। ਇੱਕ ਤਾਂ ਇਸ ਚੀਜ਼ ਦੇ ਉੱਤੇ, ਦੂਸਰੀ ਜਿਹੜੀ ਗੱਲ ਮੈਂ ਸਮਝਦੀ ਇਸ ਦੀ ਇਹ ਆ ਕਿ ਇਹਨੇ ਮਤਲਬ ਕਿ ਇੰਨੀ ਕੁੱਟ ਦੇ ਬਾਵਜੂਦ ਗੋਡੇ ਨਹੀਂ ਦੇ ਕੇ ਸਰਕਾਰ ਦੇ ਕੇ, ਸਰਕਾਰ ਨੇ ਜੋ ਭਾਰ ਲਿਆ, ਪਰ ਗੋਡੇ ਕੇ ਜਿਹਨੂੰ ਅਸੀਂ ਕਹਿੰਦੇ ਨਾ ਵੀ ਤਰਲਾ ਮਾਰਨਾ, ਸਾਡੀ ਕੌਮ ਨੇ ਉਹਨਾਂ ਨੇ ਇਕੱਲਾ ਹੀ ਰਹਿ ਗਿਆ, ਉਹਨੇ ਰੱਖਣਾ ਮੈਂ ਯਾਰ। ਸਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਬਹੁਤ ਬੇਸ਼ਕੀਮਤੀ ਜਾਣਕਾਰੀ ਜਿਹੜੀ ਤੁਹਾਡੇ ਕੋਲ ਮਿਲ ਸਕਦੀ ਸੀ ਸਾਡੀ ਕੀਤੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਹੁਣ ਮੈਂ ਤੁਹਾਨੂੰ ਮਿਲਾ ਰਿਹਾ ਉਸ ਮਹਾਨ ਪੰਥਕ ਸ਼ਖਸੀਅਤ ਨਾਲ, ਇਹਨਾਂ ਨੇ ਸਾਕਾ ਨੀਲਾ ਤਾਰਾ ਅਸੀਂ ਤਾਂ ਸੁਣੀਆਂ ਨਾ ਗੱਲਾਂ ਜਾਂ ਪੜ੍ਹੀਆਂ, ਜਿਨ੍ਹਾਂ ਨੇ ਵੇਖੀਆਂ ਨਹੀਂ ਬਲਕਿ ਪਿੰਡੇ ਤੇ ਹਟਾਈਆਂ ਨੇ, ਜਿਨ੍ਹਾਂ ਨੇ ਇਸ ਜੰਗ ਨੂੰ ਲੜਿਆ ਔਰ ਉਸ ਮੋਰਚੇ ਤੇ ਲੜਿਆ, ਟੈਂਕੀ ਵਾਲਾ ਮੋਰਚਾ, ਜਿਹੜਾ ਸਭ ਤੋਂ ਬਾਅਦ ਭਾਰਤੀ ਫੌਜ ਸਰ ਕਰਨ ਵਿੱਚ ਬੜੀ ਮੁਸ਼ਕਲ ਨਾਲ ਸਫਲ ਹੋਈ। ਔਰ ਉਸ ਮੋਰਚੇ ਦੀ ਕਮਾਂਡ ਸੀ ਆਲ ਇੰਡੀਆ ਸਿੱਖ ਯੂਨੀਅਨ ਫੈਡਰੇਸ਼ਨ ਦੇ ਜੁਝਾਰੂ ਆਗੂ ਡਾਕਟਰ ਮਨਜੀਤ ਸਿੰਘ ਧੋਮਾ, ਜਿਹੜੇ ਕਿ ਇਸ ਵੇਲੇ ਸਾਡੇ ਨਾਲ। ਤੇ ਸਵਾਲ ਮੇਰਾ ਇਹ ਹੈ ਕਿ ਜੋ ਮੌਜੂਦਾ ਹਾਲਾਤ ਨੇ ਕੌਮ ਦੇ, ਜਿੱਥੇ ਕੌਮ ਇਸ ਵੇਲੇ ਖੜੀ ਹੈ, ਸਾਕਾ ਨੀਲਾ ਤਾਰਾ ਹੋਏ ਨੂੰ 36 ਸਾਲ ਹੋ ਗਏ, ਇਹ ਸਾਰਾ ਕੁਝ ਹੋਣ ਤੋਂ ਬਾਅਦ ਹੁਣ ਕੀ ਤੁਸੀਂ ਇਹ ਮਹਿਸੂਸ ਕਰਦੇ ਕਿ ਕੌਮ ਨੂੰ ਇੱਕ ਮੁਕਾਮ ਐਸਾ ਆ ਗਿਆ ਜਿੱਥੇ ਸਵੈ ਪੜਚੋਲ ਕਰਨੀ ਚਾਹੀਦੀ ਹੈ, ਆਪਾਂ ਚੀਨਣ ਦੀ ਲੋੜ ਹੈ, ਭੋਖਣ ਦੀ ਲੋੜ ਹੈ, ਕੀ ਖਟਿਆ ਤੇ ਕੀ ਗਵਾਇਆ? ਧੋਮਾ ਸਾਹਿਬ ਦੀ ਜ਼ੁਬਾਨ। ਢਿੱਲੋਂ ਸਾਹਿਬ, ਤੁਹਾਡਾ ਸਵਾਲ ਬਿਲਕੁਲ ਢੁਕਵਾਂ ਤੇ ਜਿਹੜਾ ਵਾ ਇਹ ਸਹੀ, ਤੁਸੀਂ ਜਿਹੜਾ ਪਹਿਲਾ ਹੀ ਸਵਾਲ ਕੀਤਾ ਬਿਲਕੁਲ ਵਾਜਬ ਹੈ ਜੀ, ਕਿ 36 ਸਾਲ ਹੋ ਗਏ ਆਪਾਂ ਨੂੰ ਤੀਸਰੇ ਘੱਲੂ ਘਾਰੇ ਦੀ 36ਵੀਂ ਵਰ੍ਹੇਗੰਢ ਇਸ ਵਾਰ ਅਸੀਂ ਮਨਾ ਕੇ ਹਟੇ ਤੇ ਹਰ ਸਾਲ ਮਨਾਉਂਦੇ ਆ। ਪਹਿਲੀ ਤੇ ਗੱਲ ਹੈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦਿਹਾੜੇ ਨੂੰ ਚੋਰਾਂ ਵਾਂਗੂ ਮਨਾਉਂਦੀ ਹੈ। ਉਹ ਸਵੇਰੇ ਤੜਕੇ ਉਹਨਾਂ ਦੀ ਕੋਸ਼ਿਸ਼ ਹੁੰਦੀ ਆ ਵੀ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਅਖੰਡ ਪਾਠ ਸਾਹਿਬ ਦੇ ਭੋਗ ਪਾਤੇ ਜਾਣ, ਅਰਦਾਸ ਕਰਤੀ ਜਾਵੇ ਤੇ ਦਵਾ ਦਵ ਮੁਕਾ ਕੇ ਦਵਾ ਦਵ ਇੱਥੋਂ ਨਿਕਲ ਜਾਈਏ, ਅਸੀਂ ਕਹੇ। ਪਹਿਲੀ ਤੇ ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਹੈ। ਦੂਸਰੀ ਗੱਲ, ਜਦੋਂ ਅਸੀਂ ਪਹੁੰਚਦੇ ਆ ਤੇ ਸਾਨੂੰ ਉੱਥੇ ਧੱਕੇ ਵੱਜਦੇ ਆ, ਬਾਹੋਂ ਫੜ ਕੇ ਤੂੰ ਉੱਥੇ ਬਹਿ ਜਾ, ਉਹ ਉੱਥੇ ਬਹਿ ਜਾ। ਉਹ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਤੇ ਜਿਹੜੇ ਉੱਥੇ ਟਾਸਕ ਫੋਰਸ ਵਾਲੇ ਆ, ਉਹ ਇਹ ਸ਼ੋਅ ਕਰਦੇ ਆ ਵੀ ਜਿਵੇਂ ਸਾਰੀ ਲੜਾਈ ਅਸੀਂ ਲੜੀ ਆ, ਜਦੋਂ ਕਿ ਉਹਨਾਂ ਨੂੰ ਇਸ ਲੜਾਈ ਦਾ ਊੜਾ ਐੜਾ ਵੀ ਨਹੀਂ ਪਤਾ ਵੀ ਇਹ ਲੜਾਈ ਕਿਵੇਂ ਲੜੀ ਗਈ, ਕੀ ਹੋਇਆ ਕੀ ਨਹੀਂ ਹੋਇਆ। ਸੋ ਇਸ ਗੱਲ ਨੂੰ ਉਜਾਗਰ ਨਹੀਂ ਹੋਣਾ ਦੇਣਾ ਚਾਹੁੰਦੇ, ਇਸ ਗੱਲ ਨੂੰ ਵੱਡੇ ਪੱਧਰ ਤੇ ਮਨਾਉਣਾ ਹੀ ਨਹੀਂ ਚਾਹੁੰਦੇ। ਮੈਂ ਅੱਗੇ ਇੱਕ ਦਿਨ ਗੱਲ ਕੀਤੀ ਸੀ ਕਿ ਖੁਦਾ ਨਾ ਖਾਸਤਾ ਜੇ ਸੰਤ ਲੌਂਗੋਵਾਲ ਦਰਬਾਰ ਸਾਹਿਬ ਸ਼ਹੀਦ ਹੋ ਜਾਂਦਾ, ਇਹਨਾਂ ਮੰਜੀ ਸਾਹਿਬ ਵੱਡੀ ਸਟੇਜ ਤੇ ਵੱਡੇ ਮੇਲੇ ਲਾਇਆ ਕਰਨੇ ਸੀ। ਹੁਣ ਸਾਨੂੰ ਇਸ ਦਿਹਾੜੇ ਜਿਹੜਾ ਵਾ ਜਲਦੀ ਮੁਕਾ ਕੇ ਜਿਹੜਾ ਵਾ ਤੇ ਇਹ ਉਸ ਦਿਹਾੜੇ ਨੂੰ ਬਹੁਤ ਸੰਕੇਤਕ ਤੇ ਸੀਮਤ ਜਿਹਾ ਕਰ ਦਿੰਦੇ ਆ ਜੀ। ਸਿੱਧੀ ਗੱਲ ਇਸ ਗੱਲ ਤੋਂ ਸਾਡੇ ਨੌਜਵਾਨ ਗੁੱਸੇ 'ਚ ਵੀ ਮੁੜ ਕੇ ਜਿਹੜੇ ਆ ਆਉਂਦੇ ਆ, ਉੱਥੇ ਕਈ ਮੁੜ ਕੇ ਘਟਨਾਵਾਂ ਜਿਹੜੀਆਂ ਨੇ ਵਾਪਰੀਆਂ। ਚਲੋ ਸਾਹਿਬ, ਮੈਂ ਇਸ ਗੱਲ 'ਚ ਹੁਣ ਜ਼ਿਆਦਾ ਸੰਖੇਪ 'ਚ ਨਾ ਆਵਾਂ। ਆਪਾਂ ਸਭੇ ਪੜਚੋਲ ਦੀ ਗੱਲ ਤੁਸੀਂ ਗੱਲ ਕੀਤੀ ਹੈ, ਕੀ ਗਵਾਇਆ ਕੀ ਖਟਿਆ। ਚਲੋ ਸਾਹਿਬ, ਜੋ ਮੈਂ ਸੋਚਦਾ ਨਾ ਕਿ ਅਸੀਂ ਸਿਰਫ ਉਸ ਦਿਨ ਅਰਦਾਸ 'ਚ ਸ਼ਾਮਲ ਹੋ ਕੇ 365 ਦਿਨਾਂ ਚੋਂ 1 ਘੰਟਾ ਤੇ ਮੁੜ ਕੇ ਆਪਾਂ ਕੀ ਕਰਦੇ ਆ ਵੀ ਸਿਰਫ ਇੱਕ 15 ਮਿੰਟ ਉੱਥੇ ਨਾਅਰੇ ਲਾ ਕੇ ਨਾ ਆਪੋ ਆਪਣਾ ਜਿਹਨੂੰ ਜਿਸ ਤਰ੍ਹਾਂ ਜਿਹੜਾ ਵਾ ਠੀਕ ਲੱਗਦਾ, ਜਾਂ ਉਸਦੇ ਮਨ ਦੀਆਂ ਭਾਵਨਾਵਾਂ ਹੁੰਦੀਆਂ ਨੇ, ਜਾਂ ਉਹਦੇ ਮਨ 'ਚ ਗੁੱਸਾ ਹੁੰਦਾ ਵਾ,
ਉਹ ਭਾਵਨਾਵਾਂ ਅਨੁਸਾਰ ਆਪਣਾ ਗੁੱਸਾ ਉਜਾਗਰ ਕਰਕੇ ਤੇ ਸਾਰੇ ਆਪਣੇ ਘਰਾਂ ਨੂੰ ਚਲੇ ਜਾਂਦੇ। ਈਵਨ ਕਿ ਇੱਕ ਗੱਲ ਵੇਖੋ ਇਹ ਆ ਵੀ ਹਰਿਮੰਦਰ ਸਾਹਿਬ ਦੀ ਮਰਜ਼ਾਦਾ ਵਾ, ਹਰਿਮੰਦਰ ਸਾਹਿਬ ਕਿਸੇ ਮਨੁੱਖ ਦੀ ਜਿੰਦਾਬਾਦ ਮੁਰਦਾਬਾਦ ਨਹੀਂ ਹੋ ਸਕਦੀ, ਭਾਵੇਂ ਉਹ ਮਨੁੱਖ ਕਿੱਡਾ ਵੀ ਆ। ਉੱਥੇ ਜਿਹੜਾ ਵਾ ਮਰਜ਼ਾਦਾ ਦਾ ਆਪਾਂ ਇਸ ਗੱਲ ਨਾਲ ਉਲੰਘਣ ਹੁੰਦਾ ਵਾ, ਮਰਜ਼ਾਦਾ ਆਪਾਂ ਭੰਗ ਹੁੰਦੀ ਆ, ਪਵਿੱਤਰਤਾ ਭੰਗ ਹੁੰਦੀ ਆ, ਗੁਰਬਾਣੀ ਖੰਡਿਤ ਹੁੰਦੀ ਆ ਜਦੋਂ ਆਪਾਂ ਅਜਿਹਾ ਉੱਥੇ ਕਰਦੇ ਆ। ਮੈਂ ਨਾਅਰਿਆਂ ਦੇ ਵਿਰੁੱਧ ਨਹੀਂ, ਇਹ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਨੇ, ਪਰ ਨਾਅਰੇ ਘੰਟਾ ਘਰ ਦੇ ਬਾਹਰ ਆਪਾਂ ਆਣ ਕੇ ਭਾਵੇਂ 3 ਘੰਟੇ ਲਾ ਲਈਏ 5 ਘੰਟੇ ਲਾ ਲਈਏ, ਆਪਾਂ ਨੂੰ ਹਰਿਮੰਦਰ ਸਾਹਿਬ ਦੀ ਮਰਜ਼ਾਦਾ ਦਾ ਜਿਹੜਾ ਵਾ ਸਭ ਤੋਂ ਪਹਿਲਾਂ ਧਿਆਨ ਰੱਖਣਾ ਚਾਹੀਦਾ। ਮੇਰੀ ਇਹ ਹੱਥ ਬੰਨ੍ਹ ਕੇ ਬੇਨਤੀ ਆ। ਦੂਸਰੀ ਗੱਲ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਸਮੁੱਚੀ ਕੌਮ ਆਪਣੇ ਨਾਲ ਲਾ ਲਈ, ਕਹਿਣੀ ਤੇ ਕਥਨੀ ਕਰਕੇ। ਉਹਨਾਂ ਦੇ ਮਗਰ ਨੌਜਵਾਨ ਕਿਉਂ ਲੱਗੇ, ਕੌਮ ਕਿਉਂ ਲੱਗੀ? ਜੇ ਕਿਸੇ ਤੇ ਬਿਪਤਾ ਪੈਂਦੀ ਸੀ, ਕੋਈ ਨੌਜਵਾਨ ਫੜਿਆ ਜਾਂਦਾ ਸੀ ਢਿੱਲੋਂ ਸਾਹਿਬ, ਤੇ ਸਭ ਤੋਂ ਪਹਿਲਾਂ ਜਿਹੜਾ ਵਾ ਫੋਨ ਸੰਤ ਜਰਨੈਲ ਸਿੰਘ ਦਾ ਭਾਈ ਅਮਰੀਕ ਸੋਹਣਾ ਨੂੰ ਜਾਂਦਾ ਹੈ ਕਿ ਪ੍ਰਧਾਨ ਜੀ ਫਲਾਣਾ ਬੰਦਾ ਫੜਿਆ ਗਿਆ, ਤੇ ਉਸ SHO ਨੂੰ ਜਾਂ SSP ਨੂੰ ਫੋਨ ਕਰ ਦੋ ਕਿ ਬੰਦਾ ਸਾਡਾ ਵਾ, ਕਿ ਆਪਣਾ ਪੜਿਆ ਉਹ ਗਾਂ ਵਿਚਾਰ ਲਵੇ। ਦੂਸਰੀ ਗੱਲ ਕਿ ਥਾਣੇ ਬੰਦੇ ਪਹੁੰਚ ਜਾਂਦੇ ਸੀ ਮਗਰ, ਇਸ ਤੋਂ ਅੱਗੇ ਵੀ ਬੰਦਾ ਜੇਲ੍ਹ 'ਚ ਬਾਅਦ ਜਾਂਦਾ ਸੀ ਤੇ ਉਹਦੀ ਮੁਲਾਕਾਤ ਗੇਟ ਤੇ ਪਹਿਲਾਂ ਚਲੇ ਜਾਂਦੀ ਸੀ ਤੇ ਵਕੀਲ ਪਹਿਲਾਂ ਚਲੇ ਜਾਂਦੇ ਸੀ। ਸੰਤ ਜਰਨੈਲ ਸਿੰਘ ਜੀ ਜੇ ਆਪਣੇ ਸਿੰਘਾਂ ਤੋਂ ਸੇਵਾ ਵੀ ਲੈਂਦੇ ਸੀ ਤੇ ਉਹਨਾਂ ਦਾ ਪੁੱਤਾਂ ਵਾਂਗੂ, ਪੁੱਤਾਂ ਤੋਂ ਵੱਧ ਖਿਆਲ ਰੱਖਦੇ ਸੀ, ਆਪਣੇ ਭਰਾਵਾਂ ਤੋਂ ਵੱਧ ਖਿਆਲ ਰੱਖਦੇ ਸੀ ਵੀ ਕਿਤੇ ਇਹਨਾਂ ਨੂੰ ਤੱਤੀ ਵਾਹ ਵੀ ਨਾ ਲੱਗੇ ਤੇ ਕਿਸੇ ਗੱਲ ਦੀ ਜਿਹੜੀ ਆ ਘਾਟ ਵੀ ਜਿਹੜੀ ਆ ਮਹਿਸੂਸ ਜਿਹੜੀ ਆ ਨਾ ਹੋ। ਢਿੱਲੋਂ ਸਾਹਿਬ ਅੱਜ ਜਿਹੜੀ ਲੜਾਈ ਆ ਨਾ, ਭਾਵੇਂ ਕੋਈ ਜਿੱਡਾ ਮਰਜ਼ੀ ਆ ਜੋ ਮਰਜ਼ੀ ਸਮਝੇ, ਇੱਥੇ 15 ਮਿੰਟ ਨਾਰੇ ਲਾਓ ਤੇ ਮੁੜ ਕੇ ਜਿਹੜੇ ਆ ਉਥੋਂ ਬਾਹਰਲੇ ਦੇਸ਼ਾਂ ਚੋਂ ਉਹ ਡਾਲਰ ਆ ਜਾਣ ਤੇ ਆਪਾਂ ਉਹ ਡਾਲਰ ਜਿਹੜੇ ਆ ਵੈਸਟਰਨ ਯੂਨੀਅਨ ਚੋਂ ਕਢਾ ਕੇ ਤੇ ਮੁੜ ਕੇ ਚੁੱਪ ਕਰਕੇ ਘਰਾਂ ਨੂੰ ਜਿਹੜਾ ਵਾ ਜਾਈਏ। 364 ਦਿਨ ਆਪਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਵਿਚਾਰਾਂ ਦੀ ਮੁੜ ਕੇ ਤਰਜਮਾਨੀ ਨਹੀਂ ਕਰਦੇ, ਮੁੜ ਕੇ ਉਹਨਾਂ ਦੇ ਨਾਅਰਿਆਂ ਦਾ ਆਪਾਂ ਜਿਹੜਾ ਵਾ ਕਿਤੇ ਪੈਰਵਾਈ ਨਹੀਂ ਕਰਦੇ। ਉਹ ਢਿੱਲੋਂ ਸਾਹਿਬ ਗੱਲ ਕੱਲੀ ਇਹਨਾਂ ਨਾਅਰਿਆਂ ਨਾਲ ਨਹੀਂ ਬਣਨੀ। ਜਿਵੇਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਭਾਵੇਂ ਪੰਜਾਬ ਦਾ ਮਸਲਾ ਸੀ, ਚੰਡੀਗੜ੍ਹ ਦਾ ਮਸਲਾ ਸੀ, ਦਰਿਆਈ ਪਾਣੀਆਂ ਦਾ ਮਸਲਾ ਸੀ, ਪੰਜਾਬ ਇਹ ਇਲਾਕੇ ਦਾ ਪੰਜਾਬ 'ਚ ਸ਼ਾਮਲ ਕਰਨ ਦਾ ਮਸਲਾ ਸੀ, ਵੱਧ ਅਧਿਕਾਰਾਂ ਦੀ ਗੱਲ ਸੀ, ਲੋਕਾਂ ਦੇ ਰੋਜ਼ਮਰਾ ਮਸਲਿਆਂ ਦੀ ਗੱਲ ਸੀ, ਉਹ ਹਰ ਗੱਲ ਤੇ ਜਿਹੜਾ ਵਾ ਪਹਿਰਾ ਦਿੰਦੇ ਸੀ ਤੇ ਉਹ ਅਮਲ ਵੀ ਕਰਦੇ ਸੀ। ਮੁੜ ਕੇ ਵੀ ਆ ਮੈਂ ਜਿਹੜਾ ਵਾ ਆਪਣੀ ਜ਼ੁਬਾਨ ਤੋਂ ਸ਼ਬਦ ਕੱਢਿਆ ਤੇ ਆਪਾਂ ਜਿਹੜਾ ਵਾ ਪੂਰਾ ਕਰਨਾ ਵਾ। ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ, ਇਹੀ ਕਾਰਨ ਸੀ ਕਿ ਕੋਈ ਵੀ ਸਿੱਖ ਪੰਜਾਬ ਦਾ ਭਾਵੇਂ ਚੱਪੇ ਚੱਪੇ ਤੇ ਮਿਲਟਰੀ ਲੱਗੀ ਸੀ, ਸਾਰੇ ਘਰਾਂ ਤੋਂ ਨਿਕਲ ਕੇ ਹਰਿਮੰਦਰ ਸਾਹਿਬ ਨੂੰ ਜਿਹੜੇ ਆ ਆਏ ਹੈ। ਉਹ ਸੰਤ ਜਰਨੈਲ ਸਿੰਘ ਦੇ ਇੱਕ ਬੋਲਾਂ ਤੇ ਭਾਵੇਂ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਲਈ ਹਰੇਕ ਸਿੱਖ ਦਾ ਜਿਹੜਾ ਵਾ ਫਰਜ਼ ਆ ਕਿ ਜਦੋਂ ਹਰਿਮੰਦਰ ਸਾਹਿਬ ਤੇ ਕੋਈ ਅਜਿਹੀ ਘਟਨਾ ਹੁੰਦੀ ਆ ਤਾਂ ਹਲੇ ਸਾਡਾ ਜੀਣਾ ਕਾਹਦਾ ਵਾ? ਫਿਰ ਵੇਲੇ ਸਾਡਾ ਜੀਣਾ ਮਰਨਾ ਜਿਹੜਾ ਵਾ ਹਰਿਮੰਦਰ ਸਾਹਿਬ ਲਈ ਆ, ਆਪਣਾ ਸਾਰਾ ਕੁਝ ਤਿਆਗ ਕੇ ਆਪਾਂ ਉਧਰ ਨੂੰ। ਢਿੱਲੋਂ ਸਾਹਿਬ ਗੱਲ ਆ, ਅੱਜ ਸਾਡੇ ਜਿੰਨੇ ਵੀ ਅਸੀਂ ਆ ਉਹਦੇ 'ਚ ਮੈਂ ਵੀ ਆ, ਸਾਡੇ 'ਚ ਜ਼ਮੀਨ ਸਮਾਨ ਦਾ ਫਰਕ ਆ ਗਿਆ। ਸਿਰਫ ਇਹ ਡਾਲਰ ਵਾਲੀ ਨੀਤੀ ਨੇ ਜਿਹੜੀ ਆ ਨਾ, ਸੰਤ ਜਰਨੈਲ ਸਿੰਘ ਬਾਬਾ ਸੰਤ ਮਹਾਂਪੁਰਖਾਂ ਨੇ ਜਿਹੜੀ ਲਹਿਰ ਬਣਾਈ ਸੀ ਸੰਤ ਭਿੰਡਰਾਂ ਵਾਲਿਆਂ ਨੇ, ਉਹ ਲਹਿਰ ਵੀ ਆਪਾਂ ਨੈਸਤੋਂ ਨਬੂਦ ਕਰ ਦਿੱਤੀ ਆ। ਆਪਾਂ 1999 ਚ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਸਭ ਤੋਂ ਵੱਧ ਵੋਟਾਂ ਪੰਜਾਬ ਚ ਪਾ ਕੇ ਜਿਹੜਾ ਵਾ ਜਿਤਾਇਆ, ਉਹਨਾਂ ਨੂੰ ਐਮਪੀ ਬਣਾਤਾ, ਉਹਨਾਂ ਦੇ ਗਲ ਚੋਂ ਫਾਂਸੀ ਦਾ ਰੱਸਾ ਵੀ ਲਾਤਾ। ਤੇ ਢਿੱਲੋਂ ਸਾਹਿਬ ਇਹ ਕੌੜੀ ਸੱਚਾਈ ਆ, ਮਾਨ ਸਾਹਿਬ ਉਦੋਂ ਬਾਅਦ ਆਣ ਕੇ ਨਾ ਤੇ ਉਹਨਾਂ ਨੇ ਕਿਸੇ ਨੂੰ MLA ਬਣਾਇਆ ਤੇ ਨਾ ਉਹਨਾਂ ਨੇ ਕਿਸੇ ਨੂੰ ਕੌਂਸਲਰ ਬਣਾਇਆ ਤੇ ਨਾ ਕਿਸੇ ਨੂੰ ਪਿੰਡ ਦਾ ਸਰਪੰਚ ਬਣਾਇਆ। ਇੱਥੇ ਆਣ ਕੇ ਇਹ ਗੱਲ ਜਿਹੜੀ ਆ ਸਮਝਣ ਤੇ ਸੋਚਣ ਦੀ ਜਿਹੜੀ ਆ ਲੋੜ ਆ। ਢਿੱਲੋਂ ਸਾਹਿਬ ਆ ਗੱਲਾਂ ਸਵੇ ਪੜਚੋਲ ਕਰਨੀਆਂ ਵੀ ਲੋਕ ਸਾਥੋਂ ਦੂਰ ਕਿਉਂ ਗਏ ਆ, ਇਹ ਗੱਲਾਂ ਨੇ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਵੇਂ ਪਿੰਡ ਪਿੰਡ ਗਏ ਸੀ, ਭਾਈ ਅਮਰੀਕ ਸਿੰਘ ਜੀ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਗਏ ਸੀ, ਸੰਤ ਭਿੰਡਰਾਂ ਵਾਲੇ ਜਾ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਭਾਵੇਂ 10 ਬੰਦੇ ਹੁੰਦੇ ਸੀ, ਉੱਥੇ ਸੰਬੋਧਨ ਕਰਦੇ ਸੀ, ਉੱਥੇ ਕਥਾ ਕਰਦੇ ਸੀ, ਉੱਥੇ ਵਿਖਿਆਨ ਕਰਦੇ ਸੀ, ਉੱਥੇ ਆਪਣੀ ਤਕਰੀਰ ਕਰਦੇ ਸੀ। ਤੇ ਉਹ 10 ਬੰਦਿਆਂ ਨਹੀਂ ਜੋੜ ਕੇ ਆਪਣੇ ਆਪ ਨੂੰ ਬੜੀ ਵੱਡੀ ਪ੍ਰਾਪਤੀ ਸਮਝਦੇ ਹੈ। ਅੱਜ ਮੈਂ 10 ਬੰਦੇ ਜਿਹੜੇ ਆ ਜੋੜਨੇ, ਅੱਜ ਆਪਾਂ ਆਪਣੀ ਹੱਥ ਸਮਝਦੇ ਆ ਕਿ 10 ਬੰਦਿਆਂ ਨੂੰ ਆਪਣਾ ਸੰਬੋਧਨ ਕਰਨਾ, ਮੈਂ ਪਿੰਡ ਦੇ ਗੁਰਦੁਆਰੇ ਜਾਣਾ। ਅੱਜ ਦੇ ਜਿਹੜੇ ਸਾਡੇ ਜਿਹੜੇ ਬੰਦੇ, ਇਹਨਾਂ ਨੂੰ ਤੇ ਲਗਾਈ ਜਿਹੜੀ ਆ ਸਟੇਜ ਚਾਹੀਦੀ ਆ, ਉਹ ਵੀ ਇਹ ਮਗਰਲੇ ਪਾਸਿਓਂ ਜਾਣ ਤੇ ਤਕਰੀਰਾਂ ਕਰਕੇ ਵੱਡੀਆਂ ਤੇ ਮੁੜ ਕੇ ਮਗਰਲੇ ਪਾਸਿਓਂ ਹੀ ਆ ਜਾਣ। ਸੰਗਤ ਦੇ ਵਿੱਚ ਤੇ ਆਪਾਂ ਜਾਣਾ ਹੀ ਨਹੀਂ, ਪਿੰਡਾਂ 'ਚ ਆਪਾਂ ਜਾਣਾ ਹੀ ਨਹੀਂ। ਸੋ ਢਿੱਲੋਂ ਸਾਹਿਬ ਲੋੜ ਆ ਦੁਬਾਰਾ ਸੰਗਤ 'ਚ ਜਾਣ ਦੀ। ਸੋ ਢਿੱਲੋਂ ਸਾਹਿਬ ਮੇਰੀ ਇਹ ਬੇਨਤੀ ਆ, ਜਿੰਨੀ ਦੇਰ ਆਪਾਂ ਪੰਜਾਬ ਦੇ ਵਿੱਚ ਕਾਂਗਰਸ ਤੇ ਬਾਦਲਾਂ ਤੋਂ ਇਲਾਵਾ ਤੀਸਰਾ ਇੱਕ ਫਰੰਟ, ਤੀਸਰਾ ਰਾਜਸੀ ਮੰਚ ਨਹੀਂ ਬਣਾਉਂਦੇ, ਉਨੀ ਦੇਰ ਜਿਹੜਾ ਵਾ ਲੋਕਾਂ ਵੀ ਸਾਡੇ ਨਾਲ ਨਹੀਂ ਆਉਣਾ। ਕਿਉਂਕਿ ਲੋਕ ਇਹ ਸਮਝ ਚੁੱਕੇ ਆ ਕਿ ਇਹ ਜਿਹੜੀਆਂ ਧਿਰਾਂ ਨੇ ਇਹਨਾਂ ਆਪ ਵੀ ਕੁੱਟ ਖਾਣੀ ਆ, ਸਾਨੂੰ ਵੀ ਕੁੱਟ ਪਾਉਣੀ ਆ। ਜਿੰਨੀ ਦੇਰ ਅਸੀਂ ਪੰਜਾਬ ਦੇ ਲੋਕਾਂ ਨੂੰ
ਸੰਗਤ ਨੂੰ ਇਹ ਵਿਸ਼ਵਾਸ ਨਹੀਂ ਦਿਵਾਉਂਦੇ ਕਿ ਅਸੀਂ ਤੀਸਰਾ ਇੱਕ ਪੰਜਾਬ 'ਚ ਰਾਜਸੀ ਬਦਲ ਦੇਵਾਂਗੇ ਤਾਂ ਸੰਗਤ ਸਾਡੇ ਨਾਲ ਜਿਹੜੀ ਆ ਜੁੜਨੀ ਆ ਢਿੱਲੋਂ ਸਾਹਿਬ। ਤੀਸਰੇ ਬਦਲਣ ਦੀ ਸੰਭਾਵਨਾ ਤੁਹਾਨੂੰ ਕੋਈ ਨਜ਼ਰ ਆਉਂਦੀ ਹੈ ਕਿ ਇਸ ਵੇਲੇ ਡਾਕਟਰ ਬਣ ਸਕਦਾ ਹੈ, ਉੱਭਰ ਕੇ ਸਾਹਮਣੇ ਆ ਸਕਦਾ ਆਉਣ ਵਾਲੇ ਸਮੇਂ ਦੌਰਾਨ? ਢਿੱਲੋਂ ਸਾਹਿਬ, ਅਸੀਂ ਤੀਸਰਾ ਬਦਲ ਦੇ ਰਹੇ ਸੀ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਦੇ ਵਿੱਚ, ਤੇ ਵੱਡੇ ਵੱਡੇ ਅਕਾਲੀ ਜਿਹੜੇ ਆ ਸਾਡੇ ਨਾਲ ਜਿਹੜੇ ਆ ਉਹ ਸ਼ਾਮਲ ਵੀ ਹੋਏ ਤੇ ਹੋ ਵੀ ਰਹੇ ਸੀ। ਉਦੋਂ ਬਾਅਦ ਕਰੋਨਾ ਆ ਗਿਆ, ਲੋਕਡਾਊਨ ਹੋ ਗਿਆ, ਕਰਫਿਊ ਲੱਗ ਗਿਆ, ਸਰਗਰਮੀਆਂ ਸਾਰੀਆਂ ਢਿੱਲੋਂ ਸਾਹਿਬ ਜਿਹੜੀਆਂ ਨੇ ਠੱਪ ਹੋ ਗਈ। ਢਿੱਲੋਂ ਸਾਹਿਬ ਆ ਲੋਕਡਾਊਨ ਖੁੱਲਦਿਆਂ ਹੀ ਢੀਂਡਸਾ ਸਾਹਿਬ ਨਾਲ ਮੇਰੀ ਰਾਤੀ ਵੀ ਗੱਲ ਹੋਈ ਸੀ ਤੇ ਉਹ ਆਂਦੇ ਸੀ ਕਿ ਅਸੀਂ 8-10 ਦਿਨਾਂ ਦੇ ਵਿੱਚ ਆਪਾਂ ਜਿਹੜਾ ਵਾ ਕੋਈ ਢਾਂਚਾ ਵੀ ਬਣਾਵਾਂਗੇ, ਪ੍ਰੋਗਰਾਮ ਵੀ ਕੌਮ ਨੂੰ ਦਿਆਂਗੇ। ਸਭ ਤੋਂ ਪਹਿਲਾਂ ਸਾਡਾ ਜਿਹੜਾ ਨਿਸ਼ਾਨਾ ਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਂ ਬਾਦਲਾਂ ਨੂੰ ਇੱਥੋਂ ਕੱਢਣਾ, ਸਮੁੰਦਰੀ ਹਾਲ ਚੋਂ ਕੱਢਣਾ। ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਆ, ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਭਾਵੇਂ ਸ੍ਰੀ ਅਕਾਲ ਤਖਤ ਸਾਹਿਬ ਆ, ਭਾਵੇਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਆ, ਭਾਵੇਂ ਦਮਦਮੀ ਟਕਸਾਲ ਆ, ਇਹਨਾਂ ਹਰ ਥਾਂ ਜਿਹੜਾ ਵਾ ਆਪਣੇ ਜਿਹੜੇ ਆ ਹੱਲੇ ਬੋਲ ਕੇ ਇਹਨਾਂ ਸੰਸਥਾਵਾਂ ਨੂੰ ਕਿਸੇ ਨੂੰ ਪਾੜਤਾ, ਕਿਸੇ ਨੂੰ ਜਿਹੜਾ ਵਾ ਉਹਨਾਂ ਦੀਆਂ ਜਿਹੜੀਆਂ ਮਾਣ ਮਰਜ਼ਾਦਾ ਸਨ, ਜੋ ਉਹਨਾਂ ਦੀ ਪਵਿੱਤਰਤਾ ਸੀ, ਜੋ ਉਹਨਾਂ ਦੀ ਸ਼ਾਨ ਆ, ਉਹਨਾਂ ਨੂੰ ਵੱਡੇ ਪੱਧਰ ਤੇ ਸੱਟ ਮਾਰੀ ਆ। ਸਾਰੀਆਂ ਹੀ ਸੰਸਥਾਵਾਂ ਨੂੰ ਜਿਹੜਾ ਵਾ ਮੁੜ ਇਹਨਾਂ ਦਾ ਮਾਣ ਸਤਿਕਾਰ ਤੇ ਇਹਨਾਂ ਦੀਆਂ ਜਿਹੜੀਆਂ ਪਰੰਪਰਾ ਇਹਨਾਂ ਨੂੰ ਆਪਾਂ ਬਹਾਲ ਕਰਨਾ ਵਾ। ਸਾਨੂੰ ਆਸ ਹੈ ਕਿ ਆਉਣ ਵਾਲੀਆਂ ਸ਼੍ਰੋਮਣੀ ਕਮੇਟੀ ਚੋਣਾਂ ਦੇ ਵਿੱਚ ਅਸੀਂ ਜਿਹੜਾ ਵਾ ਇਸ ਗੱਲ ਦੇ ਵਿੱਚ ਸਫਲ ਹੋਵਾਂਗੇ ਤੇ ਸੰਗਤ ਨੂੰ, ਪੰਥ ਨੂੰ ਇੱਕ ਨਵਾਂ ਸਿਸਟਮ ਦੇਵਾਂਗੇ ਜੋ ਸਤਿਕਾਰਯੋਗ ਸੰਗਤ ਚਾਹੁੰਦੀ ਹੈ। ਇਹਨੇ ਬੁੱਲੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਲਈ ਪੰਥ ਦੇ ਜੁਝਾਰੂ ਆਗੂ ਡਾਕਟਰ ਮਨਜੀਤ ਸਿੰਘ ਭੋਮਾ ਜੀ ਦਾ ਤੁਹਾਡਾ ਚੈਨਲ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਪਿਆਰੇ ਦਰਸ਼ਕੋ, ਸਾਨੂੰ ਤੁਹਾਡੇ ਪ੍ਰਤੀਕਰਮ ਦੀ ਹਮੇਸ਼ਾ ਇੰਤਜ਼ਾਰ ਰਹਿੰਦੀ ਹੈ। ਇਹ ਪ੍ਰੋਗਰਾਮ ਤੁਸੀਂ ਵੇਖਿਆ, ਤੁਹਾਨੂੰ ਕਿਹੋ ਜਿਹਾ ਲੱਗਾ? ਇਸ ਬਾਰੇ ਆਪਣੀ ਜਾਣਕਾਰੀ ਤੇ ਆਪਣੀ ਰਾਏ, ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਬਹੁਤ ਬਹੁਤ ਧੰਨਵਾਦ।